ਕਿਸਾਨਾਂ ਨੂੰ ਚੋਣਾਂ 'ਚ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਇਹ ਤਾਂ ਦੇਖੋ ਮੇਰਾ ਤਾਂ ਸਿੱਧਾ ਜਿਹੀ ਇਹ ਜਵਾਬ ਹੈ ਵੀ ਇਹ ਜਿਹੜੀ ਚੋਣਾਂ ਦੀ ਖੇਡ ਹੈ ਇਹ ਵਿਧਾਨ ਸਭਾਵਾਂ ਪਾਰਲੀਮੈਂਟਾਂ 'ਚ ਇੱਥੋਂ ਦੀਆਂ ਹਾਕਮ ਜਮਾਤਾਂ ਦੀ ਖੇਡ ਹੈ ਜਿਨ੍ਹਾਂ ਦਾ ਰਾਜ ਹੈ, ਪੱਕੇ ਤੌਰ 'ਤੇ ਇਹ ਰਾਜ ਉਹਨਾਂ ਦਾ ਹੈ। ਕਿਸਾਨ ਯੂਨੀਅਨਾਂ ਚੋਣਾਂ 'ਚ ਜਾ ਕੇ ਪਹਿਲਾ ਸਵਾਲ ਤਾਂ ਇਹੀ ਆਉਂਦਾ ਵੀ ਕਿਸੇ ਦਾ ਮੂੰਹ ਕਿੱਧਰ ਨੂੰ ਹੋ, ਕਿਸੇ ਦਾ ਕਿੱਧਰ ਨੂੰ ਹੋ। ਇਹ ਇਹਨਾਂ ਪਾਰਟੀਆਂ ਦੇ ਢਹੇ ਚੜ੍ਹ ਕੇ ਕਿਸਾਨ ਤਾਕਤ ਖਿੰਡ ਚੁ ਵੀ ਹਾਕਮ ਜਮਾਤੀ ਪਾਰਟੀਆਂ ਵੀ ਇਹੀ ਚਾਹੁੰਦੀਆਂ। ਉਹ ਲੀਡਰ ਵੀ ਜਦੋਂ ਬੋਲਦੇ ਉਹ ਕਹਿੰਦੇ ਠੀਕ ਆ ਆਉਣ ਚੋਣਾਂ 'ਚ। ਉਹ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡੀ ਟੇਕ ਸੰਘਰਸ਼ 'ਤੇ ਨਹੀਂ, ਫਿਰ ਤੁਹਾਡੀ ਟੇਕ ਚੋਣਾਂ 'ਤੇ। ਫਿਰ ਰੌਲਾ ਕੀ ਹੈ ਜੇ ਅਗਲੇ ਜੇ ਵਿਧਾਨ ਸਭਾ 'ਚ ਕਿਸਾਨ ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਖੜੇ ਕਰੇ, ਪਹਿਲਾਂ ਵਿਧਾਨ ਸਭਾ 'ਚ ਖੜੇ ਕਰ ਲਏ, ਫਿਰ ਲੋਕ ਸਭਾ ਦੀਆਂ 'ਚ ਖੜੇ ਕਰ ਲਏ, ਉੱਥੇ ਜਾ ਕੇ ਕਾਨੂੰਨ ਬਦਲਦੇ। ਇੰਨਾ ਸਿੱਧਾ ਮਾਮਲਾ ਹੁੰਦਾ ਫਿਰ ਭਾਰਤ ਦੇ ਲੋਕਾਂ ਨੂੰ 70 ਸਾਲਾਂ 'ਚ ਇਹ ਗੱਲ ਪਤਾ ਨਹੀਂ ਸੀ। ਕਿਸਾਨ ਜਾ ਕੇ ਵੀ ਆਪਾਂ ਉੱਥੋਂ ਆਵਾਜ਼ ਉਠਾਵਾਂਗੇ, ਉਹ ਆਵਾਜ਼ ਤਾਂ ਤੁਹਾਡੇ ਧੱਕੇ ਵੀ MP ਵੀ ਉਠਾ ਦਿੰਦੇ ਉੱਥੋਂ ਮਜਬੂਰੀ 'ਚ। ਇਕੱਲੀ ਆਵਾਜ਼ ਉਠਾਉਣ ਨਾਲ ਇਸ ਦੇਸ਼ 'ਚ ਮੰਗਾਂ ਨਹੀਂ ਬਣਾਈਆਂ ਜਾਂਦੀਆਂ। ਇੱਥੇ ਜੇ ਕੁਛ ਹੋਣਾ ਇਹਨਾਂ ਨੀਤੀਆਂ ਨੂੰ ਮੋੜਾ ਦੇਣਾ, ਉਹ ਲੋਕਾਂ ਕੋਲੇ ਸੰਘਰਸ਼ਾਂ ਦਾ ਹੀ ਰਾਹ, ਉਹਦੇ ਤੋਂ ਬਿਨਾਂ ਕੋਈ ਨਹੀਂ। ਸੰਘਰਸ਼ ਦਾ ਰਾਹ ਬੜਾ ਲੰਮਾ ਹੈ। ਹੁਣ ਆਪਾਂ ਦੇਖਦੇ ਦਿੱਲੀ ਬੈਠਣ ਨੂੰ ਵੀ ਕਿੰਨਾ ਸਮਾਂ ਹੋ ਗਿਆ, ਤੇ ਫਿਰ ਹਰ ਰੋਜ਼ ਸੰਘਰਸ਼ ਲੋਕ ਕਿਵੇਂ ਲੜਨਗੇ? ਲੋਕ ਇਹਨਾਂ ਸੰਘਰਸ਼ਾਂ ਦੇ ਰਾਹੀਂ ਆਖਰ ਨੂੰ ਇਸ ਰਾਜ ਭਾਗ ਨੂੰ ਉਲਟਾਉਣ ਤੱਕ ਪਹੁੰਚਣ, ਇਸ ਰਾਜ ਭਾਗ ਦੀ ਥਾਂ ਤੇ ਲੋਕਾਂ ਦੀ ਪੁੱਗਤ ਵਾਲਾ ਰਾਜ ਬਣਾਉਣ। ਅੱਜ ਜੇ ਲੋਕ ਕਿਸਾਨ ਯੂਨੀਅਨਾਂ ਦੇ ਨਾਲ ਹੈ ਤਾਂ ਫਿਰ ਆਪਾਂ ਨੂੰ ਵਿਧਾਨ ਸਭਾ 'ਚ ਜਾ ਕੇ ਜਿਹੜਾ ਵੀ ਸਵਾਲ ਉੱਠਦਾ ਵੀ ਚੋਣਾਂ ਲੜਨੀਆਂ ਚਾਹੀਦੀਆਂ। ਹਾਂ, ਇਹ ਜਾਣੀ ਲੋਕਾਂ ਦੇ ਅੰਦਰ ਜਾਂ ਕੋਈ ਇਹਨੂੰ ਚੋਣਾਂ ਲੜਨਾ ਸਮਝਦਾ, ਜਾਂ ਕੋਈ ਕਹਿੰਦਾ ਨੀਤੀਆਂ ਆਪਾਂ ਨੂੰ ਆਪ ਬਣਾਉਣੀਆਂ ਚਾਹੀਦੀਆਂ। ਇਸ ਦੇਸ਼ 'ਚ ਇਨਕਲਾਬ ਦੀ ਲੋੜ ਹੈ, ਤੇ ਇਨਕਲਾਬ ਵਿਧਾਨ ਸਭਾ ਪਾਰਲੀਮੈਂਟ 'ਚ ਨਹੀਂ ਹੁੰਦਾ। ਇਹਦੇ ਅਰਥ ਸੰਗੇੜ ਤੇ ਕਦੇ ਆਪ ਵਾਲੇ ਆ ਕੇ ਇਨਕਲਾਬ ਦਾ ਨਾਅਰਾ ਲਾਉਂਦੇ, ਕਦੇ ਮਨਪ੍ਰੀਤ ਖਟਕੜ ਕਲਾਂ ਜਾ ਕੇ ਲਾਇਆ, ਤੇ ਇਸੇ ਵਿਧਾਨ ਸਭਾ 'ਚ ਜਾਣ ਨੂੰ ਤੇ ਇੱਥੇ 4 ਉਮੀਦਵਾਰ ਭੇਜਣ ਨੂੰ ਇਨਕਲਾਬ ਕਹੀ ਜਾਂਦੇ ਆ। ਇਨਕਲਾਬ ਦਾ ਮਤਲਬ ਤਾਂ ਜ਼ਮੀਨਾਂ ਮੁੜ ਵੰਡਣੀਆਂ, ਸਾਮਰਾਜੀਆਂ ਨੂੰ ਮੁਲਕ 'ਚੋਂ ਬਾਹਰ ਕਰਨਾ, ਦੇਸ਼ ਦੇ ਜਿਹੜੇ ਦੇਸੀ ਮਤਲਬ ਛੋਟੇ ਕਾਰਖਾਨੇਦਾਰ ਹੈ ਉਹਨਾਂ ਦਾ ਵਿਕਾਸ ਕਰਨਾ। ਇੱਥੇ ਤਾਂ ਆਹ ਇਨਕਲਾਬ ਚਾਹੀਦਾ। ਜਿਨ੍ਹਾਂ ਨੂੰ ਆਏ ਸੀ ਵੀ ਠੀਕ ਆ ਆਪਣੇ ਹੱਥ ਵੱਸ ਕੀ ਆ, ਪਾਰਟੀਆਂ ਕਰ ਰਹੀਆਂ, ਇੱਕ 'ਚੋਂ ਜਿਹਨੂੰ ਮਰਜ਼ੀ ਵੋਟ ਪਾ ਦੇਣੀ। ਹੁਣ ਉਹਨਾਂ ਦੇ ਅੰਦਰ ਆਪਦੇ ਮੁੱਦਿਆਂ ਦੇ ਉੱਤੇ ਇਹ ਨੀਤੀਆਂ ਨੂੰ ਮੋੜਾ ਕਿਵੇਂ ਦਿੱਤਾ ਜਾਊਗਾ, ਇਹ ਕਾਨੂੰਨ ਰੱਦ ਕਿਵੇਂ ਹੋਣਗੇ, ਲੋਕਾਂ ਦੇ ਫਿਰ ਹੱਥ 'ਚ ਕੀ ਹੈ, ਸਵਾਲਾਂ ਦੀ ਚਰਚਾ ਸ਼ੁਰੂ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ, ਤੇ ਇਹਨਾਂ ਚੋਣਾਂ ਦੇ ਦੌਰਾਨ ਸਾਰੀਆਂ ਪਾਰਟੀਆਂ ਆਪੋ ਆਪਣਾ ਜਿਹੜਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇੱਕ ਸਵਾਲ ਇਸ ਤਰ੍ਹਾਂ ਨਹੀਂ ਉੱਠਦਾ ਹੈ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਿ ਕਿਸਾਨ ਯੂਨੀਅਨਾਂ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਚੋਣਾਂ ਲੜਨੀਆਂ ਚਾਹੀਦੀਆਂ। ਲੋਕਾਂ ਦੇ ਮਨ ਦੇ ਵਿੱਚ ਆਉਂਦਾ ਕਿ ਕਿਸਾਨਾਂ ਨੂੰ ਵੀ ਚੋਣਾਂ ਲੜਨੀਆਂ ਚਾਹੀਦੀਆਂ ਤਾਂ ਜੋ ਕਿਸਾਨਾਂ ਦੀ ਸਰਕਾਰ ਬਣੇ ਤੇ ਫਿਰ ਉਹ ਕਿਸਾਨਾਂ ਲਈ ਸਹੀ ਫੈਸਲੇ ਕਰ ਸਕੇ। ਲੋਕਾਂ ਦਾ ਜਿਹੜਾ ਗੁੱਸਾ, ਜਿਹੜੀਆਂ ਮੌਜੂਦਾ ਪਾਰਟੀਆਂ ਉਹਨਾਂ ਦੇ ਖਿਲਾਫ ਜੋ ਬਣਿਆ ਹੋਇਆ, ਉਹਨਾਂ ਨੂੰ ਫਿਰ ਜਿਹੜੀ ਕਿਸਾਨਾਂ ਦੀ ਪਾਰਟੀ ਉਹ ਕੈਚ ਕਰ ਸਕੇ। ਕਿਉਂਕਿ ਲੋਕ ਚਾਹੁੰਦੇ ਨਹੀਂ ਕਿ ਉਹ ਕਿਸੇ ਵੀ ਰਵਾਇਤੀ ਪਾਰਟੀ ਨੂੰ ਵੋਟ ਪਾਉਣ, ਪਰ ਮਜਬੂਰੀ ਹੈ ਉਹਨਾਂ ਦੀ ਕਿ ਜੇਕਰ ਕਿਸਾਨਾਂ ਨੇ ਆਪਣੀਆਂ ਪਾਰਟੀ ਨਾ ਬਣਾਈ ਫਿਰ ਉਹਨਾਂ ਨੂੰ ਵਾਪਸ ਉਹਨਾਂ ਪਾਰਟੀਆਂ 'ਚ ਜਾਣਾ ਪਊਗਾ। ਕੀ ਕਿਸਾਨ ਜਥੇਬੰਦੀਆਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ? ਕੀ ਪ੍ਰਭਾਵ ਪਵੇਗਾ ਕਿਸਾਨੀ ਮੋਰਚੇ ਦਾ ਆਉਣ ਵਾਲੀਆਂ ਚੋਣਾਂ 'ਤੇ? ਇਸ ਸਭ 'ਤੇ ਚਰਚਾ ਕਰਨ ਲਈ ਸਾਡੇ ਨਾਲ ਸੁਰਖਲੀ ਦੇ ਸੰਪਾਦਕ ਪਵੇਲ ਕੁੱਸਾ ਨੇ, ਉਹਨਾਂ ਦਾ ਸਵਾਗਤ ਕਰਦੇ। ਕੁੱਸਾ, ਸਵਾਗਤ ਹੈ ਜੀ ਤੁਹਾਡਾ। ਸਭ ਤੋਂ ਪਹਿਲਾ ਸਵਾਲ ਜੀ, ਕਿਸਾਨ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚੇ ਦਾ ਜੋ ਦਿੱਲੀ ਵਿਖੇ ਧਰਨਾ ਚੱਲ ਰਿਹਾ, ਪ੍ਰਦਰਸ਼ਨ ਚੱਲ ਰਿਹਾ, ਉਹਦਾ 2022 ਦੀਆਂ ਚੋਣਾਂ 'ਤੇ ਕਿਹੋ ਜਿਹਾ ਪ੍ਰਭਾਵ ਰਹੇਗਾ? ਦੇਖੋ, ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਇਹ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਤੇ ਵੀ, ਤੇ ਜਿਹੜੀਆਂ ਖਾਸ ਕਰਕੇ ਯੂਪੀ ਦੀਆਂ ਚੋਣਾਂ 'ਤੇ ਵੀ, ਇਹਨਾਂ ਦੋਨਾਂ ਸੂਬਿਆਂ 'ਚ ਇਹਦਾ ਅਸਰ ਪਊਗਾ। ਸਭ ਤੋਂ ਵੱਡਾ ਅਸਰ ਇਹਦਾ ਪੰਜਾਬ 'ਤੇ ਪੈਣਾ। ਇੱਕ ਤਾਂ ਇਸ ਅਰਥਾਂ 'ਚ ਪੈਣਾ ਵੀ ਜਿਹੜੇ ਆਪਣੇ BJP ਵਾਲੇ ਹੈ ਉਹ ਇੱਥੋਂ ਪਹਿਲਾਂ ਹੀ ਬਹੁਤ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੈ। ਜਾਣੀ ਸਭ ਤੋਂ ਵੱਧ ਮਾਰ ਹਾਕਮ ਜਮਾਤੀ ਪਾਰਟੀਆਂ 'ਚੋਂ ਇਹਦੀ BJP 'ਤੇ ਪੈਣੀ ਹੈ, ਪਾਰਟੀਆਂ ਦੇ ਰੂਪ 'ਚ। ਠੀਕ ਹੈ ਜੀ। ਪਰ ਜਿਹੜਾ ਵੱਡਾ ਮਸਲਾ ਇਹ ਹੈ ਵੀ ਕਿਸਾਨ ਸੰਘਰਸ਼ ਨੇ ਬਹੁਤ ਸਾਰੇ ਜਿਹੜੇ ਲੋਕਾਂ ਦੇ ਮਸਲੇ ਹੈ ਜਾਂ ਲੋਕਾਂ ਦੀ ਜਿਹੜੀਆਂ ਕਿਸਾਨੀ ਦੀਆਂ ਖਾਸ ਕਰਕੇ ਜਿਹੜੀਆਂ ਕਾਨੂੰਨਾਂ ਨਾਲ ਜੁੜਦੀਆਂ ਮੰਗਾਂ, ਉਹ ਇੱਕ ਤਰ੍ਹਾਂ ਲੋਕਾਂ ਦੀ ਚੇਤਨਾ 'ਚ ਲਿਆਂਦੀਆਂ, ਫੋਰਫਰੰਟ 'ਤੇ ਲਿਆਂਦੀਆਂ। ਬਿਲਕੁਲ।
ਤੇ ਇਸ ਗੱਲ ਨੇ ਪੋਲੀਟੀਕਲ ਪਾਰਟੀਆਂ ਨੂੰ, ਕਿਉਂਕਿ ਚਲੋ ਬੀਜੇਪੀ ਦੇ ਤਾਂ ਖਿਲਾਫ ਆ ਸੰਘਰਸ਼, ਕਾਂਗਰਸ ਦਾ ਪੰਜਾਬ 'ਚ ਰਾਜ ਹੈ, ਅਕਾਲੀਆਂ ਦਾ ਇੱਕ ਤਰ੍ਹਾਂ ਹਲੇ ਪਹਿਲਾਂ ਵਾਲਾ ਹੀ ਜਿਹੜਾ 10 ਸਾਲ ਦੇ ਰਾਜ ਦੇ ਜਿਹੜੀ ਲੋਕਾਂ ਨੂੰ ਉਹ ਮਤਲਬ ਬਰਕਤਾਂ ਜਿਹੜੀਆਂ ਲੋਕਾਂ ਨੇ ਹੰਢਾਈਆਂ ਉਹ ਹਲੇ ਲੋਕਾਂ ਦੇ ਚੇਤਿਆਂ 'ਚੋਂ ਮਿਟੀਆਂ ਨਹੀਂ। ਇਸ ਰੂਪ 'ਚ ਸਾਰੀਆਂ ਪੋਲੀਟੀਕਲ ਪਾਰਟੀਆਂ ਹੀ ਬੁਰੀ ਤਰ੍ਹਾਂ ਲੋਕਾਂ 'ਚੋਂ ਜਾਣੀ ਮਤਲਬ ਬਦਨਾਮ ਹੋਈਆਂ। ਇਸ ਹਾਲਤ ਦੇ ਵਿੱਚ ਕਿਸਾਨੀ ਸੰਘਰਸ਼ ਨੇ ਇਸ ਸੂਬੇ 'ਚ ਪੰਜਾਬ 'ਚ ਆਪਣੇ 'ਚ ਲੋਕਾਂ ਦੀ ਤਾਕਤ, ਕਿਸਾਨੀ ਦੀ ਤਾਕਤ ਇੱਕ ਤਰ੍ਹਾਂ ਸਿਆਸੀ ਦ੍ਰਿਸ਼ ਤੇ ਉਭਾਰ ਕੇ ਲਿਆਂਦੀ ਹੈ। ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਹ ਆਸਾਂ ਉੱਠੀਆਂ ਵੀ ਇਹ ਇੱਕ ਤਾਂ ਇਸ ਰੂਪ 'ਚ ਤਾਂ ਪਾਰਟੀਆਂ ਨੂੰ ਲੋਕ ਜਾਗਰਤੀ ਵਧੀ ਹੈ ਲੋਕਾਂ 'ਚ, ਪਾਰਟੀਆਂ ਨੂੰ ਲੋਕ ਸਵਾਲ ਕਰ ਰਹੇ ਹੈ, ਪਾਰਟੀਆਂ ਦੇ ਮੈਨੀਫੈਸਟੋਆਂ 'ਚ ਕੀ ਹੈ ਇਹ ਗੱਲਾਂ ਆ ਰਹੀਆਂ। ਇਦੋਂ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੀਆਂ ਇਹਨਾਂ ਪਾਰਟੀਆਂ ਨੇ ਕੋਸ਼ਿਸ਼ ਕੀਤੀ ਵੀ ਜਿਹੜੇ ਭਟਕਾਊ ਮੁੱਦੇ ਹੁੰਦੇ ਆ, ਇੱਕ ਹੈਗੇ ਆ ਲੋਕਾਂ ਦੇ ਅਸਲ ਮੁੱਦੇ, ਇੱਕ ਹੈਗੇ ਆ ਜਿਹੜੇ ਚਾਹੇ ਭਟਕਾਊ ਹੈ ਚਾਹੇ ਕੋਈ ਧਾਰਮਿਕ ਮੁੱਦੇ ਆ, ਉਹ ਮੁੱਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਦਰਿਆਈ ਪਾਣੀਆਂ ਦਾ ਲੈ ਆਉਣ, ਚਾਹੇ ਉਹ ਕੋਈ ਜਿਹੜਾ ਬੋਲੀ ਦਾ ਜਾਂ ਕੋਈ ਹੋਰ ਹੈ, ਜਿਹੜੇ ਇਸ ਕਿਸਮ ਦੇ ਮਸਲੇ ਹੈ ਜਿਹੜੇ ਬਿਨਾਂ ਐ ਨਹੀਂ ਹੈ ਵੀ ਉਹ ਮੁੱਦੇ ਨਹੀਂ ਹੈਗੇ, ਪਰ ਉਦੋਂ ਜਿਹੜੇ ਵੱਡੇ ਮੁੱਦੇ ਹੁੰਦੇ ਆ ਲੋਕਾਂ ਦੇ, ਖਾਸ ਕਰਕੇ ਲੋਕਾਂ ਦੀ ਰੋਜੀ ਰੋਟੀ ਦੇ ਰੋਜ਼ ਦੇ ਜਿਹੜੇ ਮਸਲੇ ਆ, ਉਹ ਮਸਲਿਆਂ ਨੂੰ ਤੱਜ ਕੇ ਉਹ ਕੋਸ਼ਿਸ਼ ਕਰਦੇ ਆ ਵੀ ਜਿਹੜੇ ਉਸ ਕਿਸਮ ਦੇ ਆ ਜਿਨ੍ਹਾਂ ਦੇ ਉੱਤੇ ਵੇਗ ਜੇ ਨਾਅਰੇ ਦਿੱਤੇ ਜਾ ਸਕਦੇ ਆ, ਜਿਨ੍ਹਾਂ ਦੇ ਉੱਤੇ ਅਮੂਰਤ ਗੱਲਾਂ ਕੀਤੀਆਂ ਜਾ ਸਕਦੀਆਂ ਜੋ ਪਹਿਲਾਂ ਉਹ 40 ਸਾਲਾਂ ਤੋਂ ਕਹਿੰਦੇ ਆਉਂਦੇ ਆ, ਉਹਨਾਂ ਨੇ ਕੋਸ਼ਿਸ਼ ਕੀਤੀ, ਉਹ ਚੱਲੇ ਨਹੀਂ। ਉਹਨਾਂ ਨੇ ਇੱਕ ਤਰ੍ਹਾਂ ਬਾਰ-ਬਾਰ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਲਿਆਉਣ ਦੀ ਕੋਸ਼ਿਸ਼ ਕੀਤੀ, ਹੋਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਉਹ ਮੁੱਦਿਆਂ ਦੇ ਉੱਤੇ ਜਿਹੜੀ ਪੋਲੀਟਿਕਸ ਉਹ ਜੈਸਾ ਤੱਕ ਕਰ ਚੁੱਕੇ ਸੀ ਉਹ ਲੋਕਾਂ 'ਚੋਂ ਪਰਦਾ ਝਾਕ ਹੋ ਚੁੱਕਿਆ, ਤੇ ਲੋਕਾਂ ਨੂੰ ਐਂ ਵੀ ਲੱਗਿਆ ਵੀ ਇਹਨਾਂ ਦਾ ਮਸਲਾ ਜਿਹੜੀ ਬੇਅਦਬੀ ਦੋਸ਼ੀਆਂ ਨੂੰ ਇਨਸਾਫ ਦੇਣ ਦਾ ਨਹੀਂ, ਇਹਦੇ 'ਤੇ ਸਿਆਸੀ ਰੋਟੀਆਂ ਸੇਕਣ ਦਾ। ਇਸ ਕਰਕੇ ਇਹਨਾਂ ਪਾਰਟੀਆਂ ਨੂੰ ਉਹਨਾਂ ਮੁੱਦਿਆਂ 'ਤੇ ਤਾਂ ਹੰਗਾਰਾ ਨਹੀਂ ਮਿਲਿਆ, ਤੇ ਉਹਨਾਂ ਨੂੰ ਮਜਬੂਰੀ ਬਸ ਜਿਹੜੇ ਲੋਕਾਂ ਦੇ ਜਮਾਤੀ ਮਸਲੇ ਹੈ ਉਹਨਾਂ ਮਸਲਿਆਂ ਤੇ ਬੋਲਣ ਵਾਸਤੇ ਮਜਬੂਰ ਹੋਣਾ ਪਿਆ। ਇੱਕ ਤਾਂ ਸਭ ਤੋਂ ਵੱਡਾ ਅਸਰ ਇਹ ਪਾਤਾ, ਇਹ ਜਿਹੜਾ ਵਾਪਰ ਰਿਹਾ ਵੀ ਪੰਜਾਬ ਦੇ ਅੰਦਰ ਬਿਜਲੀ ਵਾਲੇ ਸਮਝੌਤੇ ਰੱਦ ਕਰਾਂਗੇ, ਜਿਹੜੀਆਂ ਇਹੋ ਜਿਹੀਆਂ ਗੱਲਾਂ ਚੱਕਣੀਆਂ ਪੈ ਰਹੀਆਂ, ਰੁਜ਼ਗਾਰ ਦੇਵਾਂਗੇ ਅਸੀਂ ਹੁਣ ਕੋਈ ਰੈਗੂਲਰ ਕਰਾਂਗੇ, ਉਹ ਕਰਾਂਗੇ, ਜਿਹੜੇ ਇਹੋ ਜਿਹੀਆਂ ਕਹਿਣੀਆਂ ਪੈ ਰਹੀਆਂ, ਇਹ ਸਾਰੀਆਂ ਗੱਲਾਂ ਲੋਕਾਂ ਦੇ ਸੰਘਰਸ਼ਾਂ ਦਾ ਸਿੱਟਾ ਹੈ, ਖਾਸ ਕਰਕੇ ਕਿਸਾਨੀ ਸੰਘਰਸ਼ ਦਾ ਅਸਰ ਹੈ ਇਹਦੇ ਤੇ। ਇਸ ਰੂਪ 'ਚ ਤਾਂ ਜਾਣੀ ਕਿਸਾਨੀ ਸੰਘਰਸ਼ ਨੇ ਸਿੱਧੇ ਤੌਰ ਤੇ ਅਸਰ ਪਾਤਾ ਵੀ ਪਾਰਟੀਆਂ ਨੂੰ ਲੋਕਾਂ ਦੇ ਮੁੱਦਿਆਂ ਤੇ ਬੋਲਣ ਵਾਸਤੇ ਮਜਬੂਰ ਹੋਣਾ ਪੈ ਰਿਹਾ। ਸਹੀ ਹੈ। ਦੂਜੀ ਵੱਡੀ ਗੱਲ ਕਿਸਾਨ ਸੰਘਰਸ਼ ਨੇ ਇਹ ਕੀਤੀ ਹੈ ਜਿਹੜੀ ਲੋਕਾਂ ਦੇ ਪੱਖ ਤੋਂ ਵੀ ਉਹਨਾਂ ਨੇ ਲੋਕਾਂ ਦੇ ਅੰਦਰ ਇੱਕ ਇਹ ਸਵਾਲ ਵੀ ਲਿਆ ਖੜਾ ਕੀਤਾ ਵੀ ਫਿਰ ਯਾਰ ਜੇ ਆਪਣੀ ਏਡੀ ਵੱਡੀ ਤਾਕਤ ਹੈ, ਆਪਾਂ ਇਹਨਾਂ ਪਾਰਟੀਆਂ ਨੂੰ ਵਾਹਣੀ ਪਾਇਆ ਹੋਇਆ, ਆਪਾਂ ਇੰਨੇ ਟਾਈਮ ਤੋਂ ਦਿੱਲੀ ਬੈਠੇ ਆ, ਕਿਸਾਨੀ ਦੀ ਤਾਕਤ ਨੇ ਇੱਥੇ ਟੋਲ ਪਲਾਜ਼ੇ ਨਹੀਂ ਚੱਲਣ ਦਿੱਤੇ, ਅੱਜ ਜੇ ਲੋਕ ਕਿਸਾਨ ਯੂਨੀਅਨਾਂ ਦੇ ਨਾਲ ਹੈ ਤਾਂ ਫਿਰ ਆਪਾਂ ਨੂੰ ਵਿਧਾਨ ਸਭਾ 'ਚ ਜਾ ਕੇ ਜਿਹੜਾ ਵੀ ਸਵਾਲ ਉੱਠਦਾ ਵੀ ਚੋਣਾਂ ਲੜਨੀਆਂ ਚਾਹੀਦੀਆਂ। ਹਾਂ, ਇਹ ਜਾਣੀ ਲੋਕਾਂ ਦੇ ਅੰਦਰ ਜਾਂ ਕੋਈ ਇਹਨੂੰ ਚੋਣਾਂ ਲੜਨਾ ਸਮਝਦਾ, ਜਾਂ ਕੋਈ ਕਹਿੰਦਾ ਨੀਤੀਆਂ ਆਪਾਂ ਨੂੰ ਆਪ ਬਣਾਉਣੀਆਂ ਚਾਹੀਦੀਆਂ। ਦੇਖੋ ਹਾਲੇ ਲੋਕ ਕੀ ਸਮਝ ਰਹੇ ਆ, ਜਾਂ ਉਹ ਚੋਣਾਂ 'ਚ ਜਾਣਾ ਨਾ ਜਾਣਾ ਇਹ ਬਾਤ ਦੀ ਗੱਲ, ਪਰ ਵੱਡੀ ਗੱਲ ਇਹ ਹੈ ਵੀ ਲੋਕਾਂ ਦੀ ਚੇਤਨਾ 'ਚ ਸਿਆਸੀ ਮਸਲਿਆਂ ਦਾ ਜ਼ਿਕਰ ਆਉਣਾ ਸ਼ੁਰੂ ਹੋ ਗਿਆ। ਸਿਆਸਤ ਦਾ ਕਿਸਾਨੀ ਨਾਲ ਕੀ ਰਿਸ਼ਤਾ, ਸਿਆਸਤ 'ਚ ਕਿਸਾਨ ਜਾਣ ਕਿ ਨਾ ਜਾਣ, ਮਤਲਬ ਕੋਈ ਵਿਧਾਨ ਸਭਾ ਜਾਣਾ ਹੀ ਸਿਆਸਤ ਜਾਣਾ ਸਮਝਦਾ, ਇਹ ਗੱਲ ਅੱਡ ਹੈ। ਪਰ ਵੱਡੀ ਗੱਲ ਇਹ ਹੈ ਵੀ ਜਿਹੜੇ ਲੋਕ ਇੱਕ ਤਰ੍ਹਾਂ ਜਿਨ੍ਹਾਂ ਨੂੰ ਆਏ ਸੀ ਵੀ ਠੀਕ ਆ ਆਪਣੇ ਹੱਥ ਵੱਸ ਕੀ ਆ, ਪਾਰਟੀਆਂ ਕਰ ਰਹੀਆਂ, ਇੱਕ 'ਚੋਂ ਜਿਹਨੂੰ ਮਰਜ਼ੀ ਵੋਟ ਪਾ ਦੇਣੀ, ਹੁਣ ਉਹਨਾਂ ਦੇ ਅੰਦਰ ਆਪਦੇ ਮੁੱਦਿਆਂ ਦੇ ਉੱਤੇ ਇਹ ਨੀਤੀਆਂ ਨੂੰ ਮੋੜਾ ਕਿਵੇਂ ਦਿੱਤਾ ਜਾਊਗਾ, ਇਹ ਕਾਨੂੰਨ ਰੱਦ ਕਿਵੇਂ ਹੋਣਗੇ, ਲੋਕਾਂ ਦੇ ਫਿਰ ਹੱਥ 'ਚ ਕੀ ਹੈ, ਸਵਾਲਾਂ ਦੀ ਚਰਚਾ ਸ਼ੁਰੂ ਹੋ ਗਈ। ਇਸ ਰੂਪ 'ਚ ਇਸ ਕਿਸਾਨ ਸੰਘਰਸ਼ ਨੇ ਜਿਹੜਾ ਉਹ ਲੋਕਾਂ ਦੀ ਚੇਤਨਾ ਦੇ ਉੱਤੇ ਵੱਡਾ ਅਸਰ ਪਾਇਆ। ਇਹ ਗੱਲ ਠੀਕ ਹੈ ਵੀ ਇਹ ਸਵਾਲ ਹੈ ਜਿਹੜਾ ਇੱਕ ਵੀ ਕਿਸਾਨਾਂ ਨੂੰ ਚੋਣਾਂ 'ਚ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਇਹ ਤਾਂ ਦੇਖੋ ਮੇਰਾ ਤਾਂ ਸਿੱਧਾ ਜਿਹਾ ਇਹ ਜਵਾਬ ਹੈ ਵੀ ਇਹ ਜਿਹੜੀ ਚੋਣਾਂ ਦੀ ਖੇਡ ਹੈ ਇਹ ਵਿਧਾਨ ਸਭਾਵਾਂ ਪਾਰਲੀਮੈਂਟਾਂ 'ਚ ਇੱਥੋਂ ਦੀਆਂ ਹਾਕਮ ਜਮਾਤਾਂ ਦੀ ਖੇਡ ਹੈ, ਜਿਨ੍ਹਾਂ ਦਾ ਰਾਜ ਹੈ ਪੱਕੇ ਤੌਰ 'ਤੇ ਇਹ ਰਾਜ ਉਹਨਾਂ ਦਾ ਹੈ। ਇਹਨਾਂ ਪਾਰਲੀਮੈਂਟ ਵਿਧਾਨ ਸਭਾਵਾਂ 'ਚ ਬੈਠ ਕੇ ਲੋਕਾਂ ਦੀ ਭਲਾਈ ਲਈ ਇਸ ਦੌਰ 'ਚ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਬੈਠਦਾ ਹੀ ਉਹ ਹੈ ਜਿਹੜਾ ਇਸ ਗੱਲ ਦੇ ਉੱਤੇ ਸਹਿਮਤੀ ਦੇ ਕੇ ਆਉਂਦਾ ਵੀ ਅਸੀਂ ਆਹ ਸਾਰੀਆਂ ਨਵੀਆਂ ਆਰਥਿਕ ਨੀਤੀਆਂ, ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ, ਪ੍ਰਾਈਵੇਟਾਈਜੇਸ਼ਨ, ਨਿੱਜੀਕਰਨ, ਵਪਾਰੀਕਰਨ ਜਿਹਨੂੰ ਕਹਿ ਦਿੰਦੇ ਆ ਮੋਟੇ ਸ਼ਬਦਾਂ 'ਚ, ਉਹ ਸਾਰੀਆਂ ਨੀਤੀਆਂ ਤੇ ਜਿਹੜਾ ਸਹਿਮਤੀ ਦਿੰਦਾ ਉਹੀ ਇਹਨਾਂ ਵਿਧਾਨ ਸਭਾਵਾਂ ਪਾਰਲੀਮੈਂਟਾਂ 'ਚ ਬੈਠਦਾ। ਜੇ ਕੋਈ ਉਦੋਂ ਭੁੱਲਿਆ ਭਟਕਿਆ ਕੋਈ ਬੈਠ ਵੀ ਜਾਵੇ ਉੱਥੇ, ਲੋਕ ਕਿਸੇ ਨੂੰ ਜਿਤਾ ਵੀ ਲੈਣ, ਤਾਂ ਉਹ ਇਹ ਸਾਰਾ ਰਾਜ ਭਾਗ, ਸਾਰਾ ਢਾਂਚਾ ਉਹ ਸਾਰੇ ਕਾਸੇ ਨੂੰ ਇਉਂ ਲਾਗੂ ਕਰਨ ਤੇ ਲੱਗਿਆ ਹੋਇਆ ਵੀ ਉਹਨੂੰ ਉੱਥੇ ਬੋਲਣ ਨੂੰ 2 ਮਿੰਟ 4 ਮਿੰਟ ਦੇ ਦਿੰਦੇ ਆ, ਇਦੋਂ ਵੱਧ ਉੱਥੋਂ ਕੋਈ ਕੁਝ ਨਹੀਂ ਕਰ ਸਕਦਾ। ਉਹ ਬੁਲਾਉਣਾ ਹੀ ਹੈ ਜਿਹੜਾ ਬਾਹਲੇ ਕਈ ਵਾਰੀ ਸਮਝ ਲੈਂਦੇ ਆ ਵੀ ਕਿਸਾਨ ਜਾ ਕੇ ਵੀ ਆਪਾਂ ਉੱਥੋਂ ਆਵਾਜ਼ ਉਠਾਵਾਂਗੇ, ਉਹ ਆਵਾਜ਼ ਤਾਂ ਤੁਹਾਡੇ ਧੱਕੇ ਵੇ MP ਵੀ ਉਠਾ ਦਿੰਦੇ ਉੱਥੋਂ ਮਜਬੂਰੀ 'ਚ। ਕੱਲੀ ਆਵਾਜ਼ ਉਠਾਉਣ ਨਾਲ ਇਸ ਦੇਸ਼ 'ਚ ਮੰਗਾਂ ਨਹੀਂ ਮਨਾਈਆਂ ਜਾਂਦੀਆਂ। ਇੱਥੇ ਜੇ ਕੁਛ ਹੋਣਾ ਇਹਨਾਂ ਨੀਤੀਆਂ ਨੂੰ ਮੋੜਾ ਦੇਣਾ, ਉਹ ਲੋਕਾਂ ਕੋਲੇ ਸੰਘਰਸ਼ਾਂ ਦਾ ਹੀ ਰਾਹ, ਉਹਦੇ ਤੋਂ ਬਿਨਾਂ ਕੋਈ ਨਹੀਂ। ਹੁਣ ਸਵਾਲ ਇਹ ਹੈ ਵੀ ਫਿਰ ਕਿਸਾਨ ਯੂਨੀਅਨਾਂ ਚੋਣਾਂ 'ਚ ਜਾ ਕੇ
ਪਹਿਲਾ ਸਵਾਲ ਤਾਂ ਇਹੀ ਆਉਂਦਾ ਵੀ ਕਿਸੇ ਦਾ ਮੂੰਹ ਕਿੱਧਰ ਨੂੰ ਹੋਊ, ਕਿਸੇ ਦਾ ਕਿੱਧਰ ਨੂੰ ਹੋਊ। ਇਹਨਾਂ ਪਾਰਟੀਆਂ ਦੇ ਢਹੇ ਚੜ੍ਹ ਕੇ ਕਿਸਾਨ ਤਾਕਤ ਖਿੰਡ ਜੂ। ਜੇ ਮੰਨ ਲਓ ਕਿਸਾਨ ਯੂਨੀਅਨ ਨਾ ਵੀ ਐਂ ਵੀ ਸੋਚ ਲੇ ਵੀ ਸਾਰਾ ਸੰਯੁਕਤ ਪਲੇਟਫਾਰਮ ਇਹਦਾ ਮਤਲਬ ਇਹ ਹੋਊਗਾ ਵੀ ਹਾਕਮ ਜਮਾਤੀ ਪਾਰਟੀਆਂ ਵੀ ਇਹੀ ਚਾਹੁੰਦੀਆਂ। ਉਹ ਲੀਡਰ ਵੀ ਜਦੋਂ ਬੋਲਦੇ ਉਹ ਕਹਿੰਦੇ ਠੀਕ ਆ ਆਉਣ ਚੋਣਾਂ 'ਚ। ਉਹ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡੀ ਟੇਕ ਸੰਘਰਸ਼ ਤੇ ਨਹੀਂ, ਫਿਰ ਤੁਹਾਡੀ ਟੇਕ ਚੋਣਾਂ ਤੇ ਹੈ। ਇਹਦਾ ਮਤਲਬ ਇਹ ਹੋਊਗਾ ਫਿਰ ਰੌਲਾ ਕੀ ਹੈ? ਜੇ ਵਿਧਾਨ ਸਭਾ 'ਚ ਕਿਸਾਨ ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਖੜੇ ਕਰੇ, ਪਹਿਲਾਂ ਵਿਧਾਨ ਸਭਾ 'ਚ ਖੜੇ ਕਰ ਲਏ, ਫਿਰ ਲੋਕ ਸਭਾ ਦੀਆਂ 'ਚ ਖੜੇ ਕਰ ਲਏ, ਉੱਥੇ ਜਾ ਕੇ ਕਾਨੂੰਨ ਬਦਲਦੇ। ਇੰਨਾ ਸਿੱਧਾ ਮਾਮਲਾ ਹੁੰਦਾ ਫਿਰ ਭਾਰਤ ਦੇ ਲੋਕਾਂ ਨੂੰ 70 ਸਾਲਾਂ 'ਚ ਇਹ ਗੱਲ ਪਤਾ ਨਹੀਂ ਸੀ ਵੀ ਕੋਈ ਲੋਕ ਅਣਜਾਣ ਸੀਗੇ ਵੀ ਪਾਰਲੀਮੈਂਟ ਜਾਇਆ ਨਹੀਂ ਜਾਂਦਾ। ਉੱਥੇ ਹੋ ਨਹੀਂ ਸਕਦਾ ਇਹ। ਇੱਥੇ ਟਾਟਿਆਂ ਬਿਰਲਿਆਂ ਜਿਹਨੂੰ ਅਸੀਂ ਦਲਾਲ ਸਰਮਾਏਦਾਰ ਕਹਿੰਦੇ ਹਾਂ, ਇੱਥੇ ਆਹ ਬਾਦਲ ਕੇ ਤੇ ਜਾਖੜ ਤੇ ਇਹ ਜਿਹੜੇ ਘਰਾਣੇ ਆ, ਉੱਥੇ ਸ਼ਰਦ ਯਾਦਵ ਵਰਗੇ ਜਿਹੜੇ ਉਹ ਸਾਰੇ, ਮੈਂ ਤਾਂ ਸਿਆਸਤਾਂ 'ਚ ਕਹਿਣਾ ਜਿਹੜੇ ਸਿੱਧੇ ਜ਼ਗੀਰਦਾਰ ਬੈਠੇ, ਹੋਰ ਵੀ ਬਹੁਤ ਵੱਡੇ ਜ਼ਗੀਰਦਾਰ ਆ ਉਹ, ਤੇ ਤੀਜੇ ਸਾਮਰਾਜੀ। ਇਹ ਇਹਨਾਂ ਦਾ ਰਾਜ ਹੈ। ਇਸ ਰਾਜ ਦੇ ਵਿੱਚ ਇਹਨਾਂ ਦੇ ਹਿਸਾਬ ਨਾਲ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਇਹ ਪਾਰਲੀਮੈਂਟਾਂ ਵਿਧਾਨ ਸਭਾਵਾਂ ਸਾਰੀਆਂ ਇਹਨਾਂ ਦੀ ਰਜਾ ਦੇ ਵਿੱਚ ਹੈ। ਇਸ ਕਰਕੇ ਇਹ 70 ਸਾਲਾਂ 'ਚ ਨਹੀਂ ਜੇ ਕੋਈ ਕਰ ਸਕਿਆ, ਨਾ ਇਹ ਗਾਂਹ ਕਰ ਸਕੇ ਵੀ ਸੰਯੁਕਤ ਮੋਰਚਾ ਇੰਨਾ ਸੌਖਾ ਕੰਮ ਆ ਵੀ ਉੱਥੇ ਜਾਣਗੇ, ਉੱਥੇ ਜਾ ਕੇ ਕਾਨੂੰਨ ਬਣਾ ਦੇਣਗੇ। ਇਹ ਭਰਮ ਆ, ਇਸੇ ਭਰਮ 'ਚ ਉਹਨਾਂ ਨੇ ਰੱਖਿਆ ਹੋਇਆ। ਰੌਲਾ ਤਾਂ ਇਹ ਹੈ ਵੀ ਇਸ ਭਰਮ 'ਚੋਂ ਨਿਕਲਣ ਲੋਕ, ਇਸ ਭਰਮ 'ਚੋਂ ਨਿਕਲ ਕੇ ਉਹ ਆਪਦੀ ਤਾਕਤ ਤੇ ਟੇਕ ਰੱਖਣ ਵਾਲੇ ਰਸਤੇ ਤੇ ਤੁਰਨ। ਇਹੀ ਲੋਕਾਂ ਕੋਲੇ ਰਸਤਾ, ਇਹੀ ਲੋਕਾਂ ਕੋਲੇ ਰਸਤਾ। ਸੰਘਰਸ਼ ਦੀ ਤੁਸੀਂ ਗੱਲ ਕੀਤੀ ਕਿ ਸੰਘਰਸ਼ਾਂ ਦੇ ਰਾਹ ਲੋਕਾਂ ਨੂੰ ਪੈਣਾ ਚਾਹੀਦਾ। ਸੰਘਰਸ਼ ਦਾ ਰਾਹ ਬੜਾ ਲੰਮਾ ਹੈ। ਹੁਣ ਆਪਾਂ ਦੇਖਦੇ ਦਿੱਲੀ ਬੈਠਿਆਂ ਨੂੰ ਵੀ ਕਿੰਨਾ ਸਮਾਂ ਹੋ ਗਿਆ, ਤੇ ਫਿਰ ਹਰ ਰੋਜ਼ ਸੰਘਰਸ਼ ਲੋਕ ਕਿਵੇਂ ਲੜਨਗੇ? ਹਾਂ ਦੇਖੋ, ਇਹ ਸਵਾਲ ਇਉਂ ਹੈ, ਇਹ ਗੱਲ ਲੋਕਾਂ ਨੂੰ ਜਦੋਂ ਅੱਜ ਦੀ ਘੜੀ ਲੋਕਾਂ ਦੀ ਅਸਲ 'ਚ ਆਪਦੀ ਕੋਈ ਬਦਲਵੀਂ ਸਿਆਸੀ ਸ਼ਕਤੀ ਨਹੀਂ ਉੱਭਰੀ ਹੋਈ, ਲੋਕਾਂ ਦੀ ਕੋਈ ਆਪਦੀ ਪਾਰਟੀ ਨਹੀਂ ਹੈਗੀ। ਉਹ ਪਾਰਟੀ ਜਿਹੜੀ ਲੋਕਾਂ ਦੇ ਮਸਲਿਆਂ ਤੇ ਜਮਾਤੀ, ਸਾਰੇ ਮੁਲਕ ਦੇ ਜਿਹੜੇ ਲੋਕ ਜਮਾਤੀ ਘੋਲ ਲੜ ਰਹੇ ਆ, ਉਹਨਾਂ ਨੂੰ ਸਾਰਿਆਂ ਨੂੰ ਇੱਕ ਤਾਰ 'ਚ ਪਰੋ ਕੇ ਇਸ ਇੰਡੀਅਨ ਸਟੇਟ ਦੇ ਖਿਲਾਫ ਭਿੜੇ, ਇਹੋ ਜਿਹੀ ਪਾਰਟੀ ਨਹੀਂ। ਉਹ ਸ਼ਕਤੀ ਨਹੀਂ ਦਿਖਦੀ ਲੋਕਾਂ ਸਾਹਮਣੇ, ਕੋਈ ਬਦਲ ਨਹੀਂ ਹੈਗਾ। ਇਸ ਕਰਕੇ ਲੋਕਾਂ ਦੀ ਚੇਤਨਾ 'ਚ ਬਦਲ ਸਿਰਫ ਇੰਨਾ ਕੀ ਹੈ ਵੀ ਠੀਕ ਹੈ ਵੀ ਇਹਨਾਂ ਪਾਰਟੀਆਂ ਦੇ ਮੁਕਾਬਲੇ ਆਪਾਂ ਆਪਦੇ ਉਮੀਦਵਾਰ ਵਿਧਾਨ ਸਭਾ 'ਚ ਭੇਜ ਦਿਓ। ਰੌਲਾ ਇਸ ਥਾਂ 'ਤੇ ਹੈ ਵੀ ਲੋਕਾਂ ਦੀ ਚੇਤਨਾ 'ਚ ਇਹ ਗੱਲ ਆਉਣੀ ਵੀ ਇਹਨਾਂ ਪਾਰਲੀਮੈਂਟਾਂ ਵਿਧਾਨ ਸਭਾਵਾਂ 'ਚ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ, ਉਹ ਸੰਘਰਸ਼ਾਂ 'ਚ ਹੋਣਾ। ਸੰਘਰਸ਼ਾਂ ਦਾ ਮਸਲਾ ਔਖਾ ਹੈ, ਲੰਬਾ ਲੱਗਦਾ ਲੋਕਾਂ ਨੂੰ। ਲੋਕਾਂ ਨੂੰ ਲੱਗਦਾ ਵੀ ਆਪਾਂ ਵਾਰ-ਵਾਰ ਸੰਘਰਸ਼ ਕਰੀ ਚੱਲਾਂਗੇ। ਇਹ ਗੱਲ ਠੀਕ ਹੈ, ਇਉਂ ਨਹੀਂ। ਇਹਦਾ ਮਤਲਬ ਤਾਂ ਇਹ ਹੈ ਵੀ ਲੋਕ ਇਹਨਾਂ ਸੰਘਰਸ਼ਾਂ ਦੇ ਰਾਹੀਂ ਆਖਰ ਨੂੰ ਇਸ ਰਾਜ ਭਾਗ ਨੂੰ ਉਲਟਾਉਣ ਤੱਕ ਪਹੁੰਚਣ। ਇਸ ਰਾਜ ਭਾਗ ਦੀ ਥਾਂ ਤੇ ਲੋਕਾਂ ਦੀ ਪੁੱਗਤ ਵਾਲਾ ਰਾਜ ਬਣਾਉਣ। ਉਹ ਵਿਧਾਨ ਸਭਾ ਪਾਰਲੀਮੈਂਟ 'ਚ ਬਹਿ ਕੇ ਨਹੀਂ ਹੋਣਾ। ਉਹ ਜਿਵੇਂ ਕਿਸੇ ਮੁਲਕ ਦੇ ਅੰਦਰ ਲੋਕ ਹੇਠਾਂ ਤੋਂ ਆਪਦੀ ਤਾਕਤ ਦੀ ਉਸਾਰੀ ਕਰਕੇ ਫਿਰ ਆਖਰ ਨੂੰ ਮੁਲਕ ਦੀ ਸੱਤਾ ਤੇ ਕਬਜ਼ਾ ਕਰਦੇ ਆ, ਜਿਹਨੂੰ ਅਸੀਂ ਇਨਕਲਾਬ ਕਹਿੰਦੇ ਆ, ਜਿਹੜੇ ਦੁਨੀਆ ਦੇ ਅੱਡ-ਅੱਡ ਮੁਲਕਾਂ 'ਚ ਵਾਪਰੇ। ਉਹਦੀ ਲੋੜ ਹੈ ਇਸ ਦੇਸ਼ 'ਚ, ਇਨਕਲਾਬ ਦੀ ਲੋੜ ਹੈ। ਤੇ ਇਨਕਲਾਬ ਵਿਧਾਨ ਸਭਾ ਪਾਰਲੀਮੈਂਟ 'ਚ ਨਹੀਂ ਹੁੰਦਾ। ਇਹਦੇ ਅਰਥ ਸੰਘੇੜ ਤੇ ਕਦੇ ਆਪ ਵਾਲੇ ਆ ਕੇ ਇਨਕਲਾਬ ਦਾ ਨਾਅਰਾ ਲਾਉਂਦੇ, ਕਦੇ ਮਨਪ੍ਰੀਤ ਖਟਕੜਗਲਾਂ ਜਾ ਕੇ ਲਾਇਆ ਆ, ਤੇ ਇਸੇ ਵਿਧਾਨ ਸਭਾ 'ਚ ਜਾਣ ਨੂੰ ਤੇ ਇੱਥੇ 4 ਉਮੀਦਵਾਰ ਭੇਜਣ ਨੂੰ ਇਨਕਲਾਬ ਕਹੀ ਜਾਂਦੇ ਆ। ਇਨਕਲਾਬ ਦਾ ਮਤਲਬ ਤਾਂ ਜ਼ਮੀਨਾਂ ਮੁੜ ਵੰਡਣੀਆਂ, ਸਾਮਰਾਜੀਆਂ ਨੂੰ ਮੁਲਕ 'ਚੋਂ ਬਾਹਰ ਕਰਨਾ, ਦੇਸ਼ ਦੇ ਜਿਹੜੇ ਦੇਸੀ ਮਤਲਬ ਛੋਟੇ ਕਾਰਖਾਨੇਦਾਰ ਹੈ ਉਹਨਾਂ ਦਾ ਵਿਕਾਸ ਕਰਨਾ। ਇੱਥੇ ਤਾਂ ਆਹ ਇਨਕਲਾਬ ਚਾਹੀਦਾ। ਇਹਦਾ ਮਤਲਬ ਵੀ ਲੋਕਾਂ ਦੀ ਆਪਦੇ ਹੱਥ 'ਚ ਤਾਕਤ, ਆਪਦੀ ਮਤਲਬ ਪੁੱਗਤ ਤੇ ਆਪਦੇ ਫੈਸਲੇ ਲੋਕਾਂ ਨੇ ਆਪ ਕਰਨੇ। ਜ਼ਮੀਨਾਂ ਵੰਡ ਦੇਣੀਆਂ, ਇਹ ਸਾਰੇ ਕੰਮ ਹੈ। ਇਹ ਕੰਮ ਇੱਥੇ ਬਹਿ ਕੇ ਹੋ ਹੀ ਨਹੀਂ ਸਕਦੇ, ਤਾਂ ਰਾਜ ਭਾਗ ਬਦਲਣਾ। ਸਵਾਲ ਇਹ ਵੀ ਜਿੰਨਾ ਚਿਰ ਇੱਥੋਂ ਤੱਕ ਤਾਕਤ ਪਹੁੰਚਦੀ ਨਹੀਂ ਲੋਕਾਂ ਦੀ, ਜਦੋਂ ਤੱਕ ਏਡੀ ਵੱਡੀ ਲਹਿਰ ਨਹੀਂ ਬਣਦੀ, ਉਹਨਾਂ ਸਮਾਂ ਲੋਕ ਕੀ ਕਰਨ? ਉਹਨਾਂ ਸਮਾਂ ਲੋਕ ਆਪਦੀ ਇਸ ਤਾਕਤ ਨੂੰ ਜੋੜਦੇ ਜਾਣ, ਇਕੱਠੀ ਕਰਦੇ ਜਾਣ, ਤੇ ਆਪਦੀ ਜਿਹੜੀ ਸਿਆਸੀ ਪਾਰਟੀ, ਜਿਹੜੀ ਵਿਧਾਨ ਸਭਾ ਅਸੈਂਬਲੀਆਂ ਵਾਲੀ ਪਾਰਟੀ ਨਹੀਂ, ਸੰਘਰਸ਼ਾਂ ਦੀ ਅਗਵਾਈ ਕਰਨ ਵਾਲੀ ਆਪਦੀ ਪਾਰਟੀ ਜਿਹੜੀ, ਉਹ ਸਾਰਨ। ਉਹਨਾਂ ਸਮਾਂ ਲੋਕਾਂ ਦਾ ਇਹ ਕੰਮ ਬਣਦਾ। ਹੁਣ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਫਿਰ ਉਹਨਾਂ ਸਮਾਂ ਵੋਟਾਂ ਪੈਣਗੀਆਂ, ਉਹ ਤਾਂ ਉੱਥੇ ਜਾਈ ਜਾਣਗੇ। ਇਹ ਤਾਂ ਠੀਕ ਹੀ ਹੈ। ਇਹ ਤਾਂ ਆਪਾਂ ਨੂੰ ਭੁਲੇਖਾ ਹੈ। ਜੇ ਆਪਾਂ ਵੋਟਾਂ ਨਾ ਵੀ ਪਾਈਏ, ਜੇ ਲੋਕ ਬਾਈਕਾਟ ਵੀ ਕਰਦੇ ਨੇ ਵੋਟਾਂ ਦਾ, 5% ਵੋਟਾਂ ਪੋਲ ਹੋ ਕੇ 20 MLA ਬਣ ਜਾਣਗੇ, MP ਬਣ ਜਾਣਗੇ, ਸਰਕਾਰ ਬਣ ਜੂ। ਪੰਜਾਬ 'ਚ ਨਾ ਵੀ ਪੈਣ, ਰਾਸ਼ਟਰਪਤੀ ਰਾਜ ਲੱਗ ਜੂ ਦੇਸ਼ 'ਚ। ਇਹ ਤਾਂ ਆਪਾਂ ਨੂੰ ਵਹਿਮ ਹੁੰਦਾ ਵੀ ਜੇ ਕਿਤੇ ਵੋਟਾਂ ਨਾ ਪਈਆਂ ਤਾਂ ਫਿਰ ਤਾਂ ਪਤਾ ਨਹੀਂ ਫਿਰ ਸਰਕਾਰ ਕਿਵੇਂ ਚੱਲੂ। ਸਰਕਾਰ ਤਾਂ ਹੈਗੀ ਹੈ, ਇਹ ਕੋਈ ਫਰਕ ਨਹੀਂ ਪੈਂਦਾ। ਜਦੋਂ ਇੱਕ ਸੰਨ ਸਰਕਾਰ ਬਦਲ ਰਹੀ ਹੁੰਦੀ ਹੈ, ਦੂਜੀ ਹੁੰਦੀ, ਉਹਦੇ ਸੰਨ 'ਚ ਵੀ ਸਰਕਾਰ ਹੁੰਦੀ ਹੈ। ਇੱਥੇ ਲਾਟਕਮੀ ਵਿਧਾਨ ਸਭਾ ਬਣ ਜੇ, ਮਹੀਨਾ ਫੈਸਲਾ ਨਹੀਂ ਹੁੰਦਾ, ਫਿਰ ਵੀ ਸਰਕਾਰ ਹੁੰਦੀ ਹੈ। ਜਾਣੀ ਉਹ ਰਾਸ਼ਟਰਪਤੀ ਬੈਠਾ, ਅਫਸਰਸ਼ਾਹੀ, ਉਹ ਸਾਰਾ ਰਾਜ ਤਾਂ ਹੈਗਾ, ਸਰਕਾਰ ਤਾਂ ਹੈਗੀ ਹੈ। ਇਹ ਬਾਹਲਾ ਫਰਕ ਨਹੀਂ ਪੈਂਦਾ। ਸਵਾਲ ਤਾਂ ਇਹ ਹੈ ਵੀ ਲੋਕ ਇਹ ਕੰਮ ਕਿੱਦਣ ਕਰ ਲੈਂਦੇ ਆ ਵੀ ਆਪਦੀ ਪਾਰਟੀ ਬਣਾਉਣ ਵਾਲਾ ਤੇ ਦੇਸ਼ 'ਚ ਇਨਕਲਾਬ ਕਰਨ ਵਾਲਾ। ਉਹ ਨਿਕਲਣਾ ਤਾਂ ਇਹਨਾਂ ਘੋਲਾਂ 'ਚੋਂ ਹੀ ਆ। ਲੋਕਾਂ ਨੇ ਸਿੱਖਣਾ ਤਾਂ ਇਹਨਾਂ ਘੋਲਾਂ 'ਚੋਂ ਹੀ ਆ ਵੀ ਇੱਕ ਘੋਲ, ਅਗਲਾ ਘੋਲ, ਉਦੋਂ ਅਗਲਾ ਸੰਘਰਸ਼, ਉਦੋਂ ਅਗਲਾ ਸੰਘਰਸ਼। ਇਉਂ ਕਰਦੇ ਕਰਦੇ ਲੋਕ ਫਿਰ ਸਿਆਸੀ ਹੁੰਦੇ ਜਾਂਦੇ ਆ। ਲੋਕ ਸਿਆਸਤ ਨੂੰ ਸਮਝਣ ਲੱਗਦੇ ਆ, ਫਿਰ ਸਿਆਸੀ ਮੁੱਦੇ ਮੂਹਰੇ ਆਉਂਦੇ ਆ। ਅੱਜ ਸੰਘਰਸ਼ ਇਹਨਾਂ ਗੱਲਾਂ ਤੇ ਚੱਲ ਰਿਹਾ ਹੁੰਦਾ ਵੀ ਸਾਨੂੰ ਆਟਾ ਦਾਲ ਸਕੀਮ ਦਿਓ, ਸਾਨੂੰ ਆਹ ਦਿਓ, ਭਲਕੇ ਸੰਘਰਸ਼ ਇਸ ਹੱਦ ਤੱਕ ਪਹੁੰਚੂਗਾ ਵੀ ਜ਼ਮੀਨ ਦਿਓ।
ਜ਼ਮੀਨ ਦੀ ਵੰਡ ਕਰੋ। ਆ ਕਿਸੇ ਨੇ 1000 ਕਿੱਲਾ ਕਿਉਂ ਰੱਖਿਆ ਹੋਇਆ, ਕਿਸੇ ਨੇ 500 ਕਿੱਲਾ ਕਿਉਂ ਰੱਖਿਆ ਹੋਇਆ, ਤੇ ਕਿਸੇ ਕੋਲੇ ਸਿਆੜ ਵੀ ਨਹੀਂ ਹੈ। ਫਿਰ ਸੰਘਰਸ਼ ਇਸ ਥਾਂ ਤੇ ਪਹੁੰਚੂਗਾ ਵੀ ਆ ਕਾਰਗਲ ਵਾਲੇ ਇੱਥੇ ਕਿਉਂ ਆਏ ਆ, ਐਮਰੌਨ ਵਾਲੇ ਕਿਉਂ ਆਏ ਆ, ਫਲਾਣੀ ਕੰਪਨੀ ਕਿਉਂ ਆਈ ਹੈ, ਇਹ ਕੰਪਨੀ ਨੂੰ ਮੁਲਕ ਚੋਂ ਬਾਹਰ ਕਰੋ, ਸਾਡੇ ਦੇਸੀ ਕਾਰਖਾਨੇ ਕਿਉਂ ਨਹੀਂ ਚੱਲਦੇ। ਜਦੋਂ ਸੰਘਰਸ਼ ਜਦੋਂ ਕਹਿਣ ਲੱਗ ਜਾਣਗੇ ਲੋਕ ਵੀ WTO ਚੋਂ ਬਾਹਰ ਆਓ, ਜਦੋਂ ਲੋਕ ਕਹਿਣ ਲੱਗ ਜਾਣਗੇ ਵੀ ਆਹ ਦੁਨੀਆ ਦੇ ਆ ਫਲਾਣੇ ਸਾਮਰਾਜੀ ਮੁਲਕਾਂ ਨਾਲ ਕੀਤੀਆਂ ਸੰਧੀਆਂ ਰੱਦ ਕਰੋ, ਅਮਰੀਕਾ ਵਾਲਿਆਂ ਨੂੰ ਇੱਥੇ ਆ ਕੇ ਲੁੱਟਣ ਦੀ ਇਜਾਜ਼ਤ ਕਿਉਂ ਆ, ਫਰਾਂਸ ਵਾਲਿਆਂ ਨੂੰ ਕਿਉਂ ਆ, ਉਹਨਾਂ ਤੋਂ ਹਥਿਆਰ ਕਿਉਂ ਖਰੀਦਦੇ ਹੋ, ਜਦੋਂ ਲੋਕ ਇਹ ਸਾਰਾ ਕਰਨ ਲੱਗ ਜਾਣਗੇ, ਇਹਨਾਂ ਗੱਲਾਂ ਤੇ ਸੰਘਰਸ਼ ਕਰਨ ਲੱਗ ਜਾਣਗੇ, ਇਹ ਸੰਘਰਸ਼ ਸਿਆਸੀ ਸੰਘਰਸ਼ ਬਣ ਜਾਣਗੇ। ਤੇ ਜਦੋਂ ਇਹ ਫਿਰ ਹੱਲ ਕਾਹਦੇ ਨਾਲ ਹੋਣਗੇ, ਹੱਲ ਇੱਥੋਂ ਤੱਕ ਪਹੁੰਚੇ ਲੋਕ ਆਪਦੀ ਤਾਕਤ ਖੜੀ ਕਰਨਗੇ, ਆਪਦੀ ਪੁਗਤ ਸਥਾਪਿਤ ਕਰਨਗੇ ਪਿੰਡਾਂ 'ਚ, ਤੇ ਹੌਲੀ ਹੌਲੀ ਰਾਜ ਤੱਕ ਜਾਣਗੇ। ਇਹ ਕੰਮ ਇਹਨਾਂ ਸੰਘਰਸ਼ਾਂ 'ਚੋਂ ਹੋਣਾ। ਓਨੇ ਸਮੇਂ ਵਾਸਤੇ ਲੋਕਾਂ ਦਾ ਕੰਮ ਹੈ ਵੀ ਉਹ ਪਾਰਲੀਮੈਂਟ ਦੇ ਜਿਹੜੀ ਇਹ ਖੇਡ ਹੈ, ਜਿਹੜੀ ਇਹ ਵੋਟਾਂ ਦੀ ਹਾਕਮਾਂ ਦੀ, ਇਹਦੇ ਤੋਂ ਆਪਦੇ ਸੰਘਰਸ਼ਾਂ ਨੂੰ ਬਚਾ ਕੇ ਰੱਖਣ। ਜਿੰਨਾ ਚਿਰ ਬਾਹਲੇ ਕਮਜ਼ੋਰ ਆ ਲੋਕਾਂ ਦੇ ਸੰਘਰਸ਼, ਹਾਲੇ ਹੇਠਲੇ ਪੱਧਰਾਂ ਤੇ ਹੀ ਆ ਜਿਵੇਂ ਅੱਜ ਹੈਗੇ, ਉਹਨਾਂ ਚਿਰ ਤਾਂ ਉਹਨਾਂ ਦਾ ਕੰਮ ਇਹ ਹੈ ਵੀ ਇਹ ਤੋਂ ਦੂਰ ਰਹਿਣ। ਉਹ ਇਹਦੇ ਵਿੱਚ ਮਤਲਬ ਕਿਸੇ ਭੁਲੇਖੇ 'ਚ ਨਾ ਆਉਣ, ਲੋਕਾਂ ਨੂੰ ਸੁਚੇਤ ਕਰਨ ਖੇਡ ਕਿਹੋ ਜਿਹੀ ਹੈ। ਕੋਈ ਸਟੇਜ ਇਹੋ ਜਿਹੀ ਵੀ ਹੋ ਸਕਦੀ ਹੈ ਜਦੋਂ ਲੋਕਾਂ ਦੀ ਧਿਰ ਕਾਫੀ ਤਕੜੀ ਹੋ ਜੂ, ਲੋਕਾਂ ਦੀ ਆਪਦੀ ਪਾਰਟੀ ਬਣੀ ਹੋਊ, ਉਹ ਪਾਰਟੀ ਕਿਸੇ ਮੌਕੇ ਸੋਚ ਵੀ ਸਕਦੀ ਹੈ ਵੀ ਠੀਕ ਆ ਆਪਾਂ 2 ਬੰਦੇ ਵਿਧਾਨ ਸਭਾ 'ਚ ਭੇਜ ਕੇ ਪਾਰਲੀਮੈਂਟ 'ਚ ਉੱਥੋਂ ਆ ਗੱਲ ਉਠਾ ਦਿਆਂਗੇ। ਪਰ ਉਦੋਂ ਦੀ ਗੱਲ ਹੈ ਜਦੋਂ ਲੋਕਾਂ ਨੂੰ ਕੋਈ ਭੁਲੇਖਾ ਨਹੀਂ ਹੋਊ ਪਾਰਲੀਮੈਂਟ ਬਾਰੇ, ਵਿਧਾਨ ਸਭਾ ਬਾਰੇ ਵੀ ਇੱਥੋਂ ਹੋਣਾ ਕੁਛ ਨਹੀਂ। ਜਦੋਂ ਲੋਕ ਇਨਕਲਾਬ ਦਾ ਏਜੰਡਾ ਸੈੱਟ ਕਰ ਚੁੱਕੇ ਹੋਣਗੇ ਵੀ ਕਰਨਾ ਤਾਂ ਅਸੀਂ ਇਨਕਲਾਬ ਹੈ, ਵੰਡਣੀ ਤਾਂ ਜ਼ਮੀਨ ਆ, ਭਜਾਉਣੇ ਤਾਂ ਸਾਮਰਾਜੀ ਆ, ਕਰਨਾ ਤਾਂ ਦੇਸ਼ ਚਾਹ, ਇਹ ਗੱਲਾਂ ਸਥਾਪਿਤ ਹੋਣਗੀਆਂ, ਲੋਕਾਂ ਦੀ ਪਰਖੀ ਪ੍ਰਤਿਆਈ ਲੀਡਰਸ਼ਿਪ ਲੋਕਾਂ ਦੇ ਕੋਲ ਹੋਊਗੀ, ਫਿਰ ਉਹ ਕਦੇ ਮਾੜਾ ਮੋਟਾ ਵਿਧਾਨ ਸਭਾ ਪਾਰਲੀਮੈਂਟ ਵੀ ਵਰਤ ਲੈਣ ਸਿਰਫ ਆਵਾਜ਼ ਉਠਾਉਣ ਵਾਸਤੇ। ਪਰ ਉਹ ਉਦੋਂ ਦੀਆਂ ਗੱਲਾਂ ਜਦੋਂ ਲੋਕਾਂ ਦੀ ਲਹਿਰ ਬਹੁਤ ਅਗਲੇ ਪੜਾਅ ਤੇ ਪਹੁੰਚੀ ਹੁੰਦੀ ਹੈ। ਜਿੱਥੇ ਲੋਕਾਂ ਦੀ ਲਹਿਰ ਅੱਜ ਫਿਰਦੀ ਹੈ, ਇੱਥੇ ਤਾਂ ਇਹਦੀ ਲੋੜ ਹੈ ਵੀ ਇਹ ਪਾਰਲੀਮੈਂਟਾਂ ਤੇ ਵਿਧਾਨ ਸਭਾਵਾਂ ਦੀ ਇਸ ਜਿਹਨੂੰ ਅਸੀਂ ਕਹਿੰਦੇ ਆ ਬਿਮਾਰੀ ਤੋਂ ਲੋਕਾਂ ਦੇ ਸੰਘਰਸ਼ਾਂ ਨੂੰ ਬਚਾ ਕੇ ਰੱਖੇ। ਬਹੁਤ ਸਾਰੇ ਕਿਸਾਨ ਲੀਡਰ ਇਹਨਾਂ ਪਾਰਲੀਮੈਂਟਾਂ ਜਾ ਕੇ ਡਿੱਗੇ, ਵੱਡੀਆਂ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਲੀਡਰ ਇਸ ਭੁਲੇਖੇ 'ਚ ਪਾਰਲੀਮੈਂਟਾਂ 'ਚ ਗਏ ਵੀ ਇੱਥੇ ਜਾ ਕੇ ਅਸੀਂ ਕਿਸਾਨਾਂ ਦੇ ਮੁੱਦੇ ਉਠਾਵਾਂਗੇ, ਮਜ਼ਦੂਰਾਂ ਦੇ ਉਠਾ ਦਿਆਂਗੇ, ਆਹ ਕਰ ਦਿਆਂਗੇ। ਉੱਥੇ ਜਾ ਕੇ ਹੱਥ ਖੜੇ ਕੀਤੇ, ਜਾਂ ਉਹਨਾਂ ਦੇ ਵਰਗੇ ਹੋ ਗਏ ਜਾਂ ਹੱਥ ਖੜੇ ਕਰਕੇ ਆ ਗਏ। ਇਸ ਕਰਕੇ ਇਹ ਜਿਹੜਾ ਹੁਣ ਵੀ ਭੁਲੇਖਾ ਹੈ ਵੀ ਸੰਯੁਕਤ ਕਿਸਾਨ ਮੋਰਚਾ ਚੋਣਾਂ 'ਚ ਜਾ ਕੇ ਐਂ ਕਰ ਲਏ, ਕਿਸਾਨ ਲੀਡਰਸ਼ਿਪ ਦਾ ਕੰਮ ਇਹ ਬਣਦਾ ਵੀ ਉਹ ਲੋਕਾਂ ਨੂੰ ਇਸ ਭੁਲੇਖੇ ਤੋਂ ਮੁਕਤ ਕਰੇ, ਉਹਨਾਂ ਨੂੰ ਇਹ ਦੱਸੇ ਵੀ ਉੱਥੇ ਜਾਣ ਨਾਲ ਆਪਾਂ ਆਪਦਾ ਆਹ ਜਿਹੜਾ ਆਪਣੀ ਤਾਕਤ ਹੈ ਖੰਡਾਲਾਂਗੇ, ਇਹਦੀ ਥਾਂ ਤੇ ਹਾਂ ਆਪਾਂ ਆਪਣੇ ਮੁੱਦਿਆਂ ਤੇ ਫੋਕਸ ਕਰੀਏ, ਸੰਘਰਸ਼ ਤੇ ਫੋਕਸ ਕਰੀਏ, ਪਾਰਟੀਆਂ ਨੂੰ ਮਜਬੂਰੀ ਬਣਾਈਏ ਵੀ ਉਹ ਹੋਰ ਇੱਧਰ ਉੱਧਰ ਦੇ ਨਾਅਰੇ ਲਾਉਣ ਦੀ ਥਾਂ ਤੇ ਭਰਮਾਊ ਭੜਕਾਊ ਗੱਲਾਂ ਕਰਨ ਦੀ ਥਾਂ ਤੇ ਇਹਨਾਂ ਮੁੱਦਿਆਂ ਤੇ ਗੱਲ ਕਰਨ। ਇਹਨਾਂ ਮੁੱਦਿਆਂ ਤੇ ਵੀ ਉਹ ਇੱਕ ਤਾਂ ਹੁੰਦਾ ਵੀ ਅਸੀਂ ਆਟਾ ਦਾਲ ਦੇ ਦਿਆਂਗੇ, ਅਸੀਂ ਸ਼ਗਨ ਸਕੀਮ ਦੇ ਦਿਆਂਗੇ, ਅਸੀਂ ਆਹ ਦੇ ਦਿਆਂਗੇ, ਇਹਦੀ ਥਾਂ ਤੇ ਉਹ ਤੈਅ ਕਰਨ ਵੀ ਸਾਡਾ WTO ਨਾਲ ਕੀ ਰਿਸ਼ਤਾ, ਸਾਡਾ ਫਲਾਣੀ ਸਾਮਰਾਜੀ ਤਾਕਤ ਨਾਲ ਕੀ ਰਿਸ਼ਤਾ, ਅਸੀਂ ਅਮਰੀਕਾ ਨਾਲ ਸੰਧੀ ਦਾ ਕੀ ਕਰਾਂਗੇ, ਅਸੀਂ ਜ਼ਮੀਨ ਦਾ ਕੀ ਕਰਾਂਗੇ, ਅਸੀਂ ਬੈਂਕਾਂ ਨੂੰ ਸਸਤੇ ਕਰਜ਼ਿਆਂ ਦਾ ਕਿਸਾਨਾਂ ਨੂੰ ਕਰਾਂਗੇ। ਜਿਹੜੀ ਲੋਕ ਆਪਦਾ ਏਜੰਡਾ ਸੈੱਟ ਕਰਨ। ਹੁਣ ਕੀ ਹੁੰਦਾ, ਹੁਣ ਇਹ ਹੁੰਦਾ ਵੀ ਉਹ ਕੁਝ ਵਾਅਦੇ ਕਰ ਦਿੰਦੇ ਆ ਨਕਲੀ ਜਾਂ ਮਾੜੇ ਮੋਟੇ ਨਗੂਣੇ ਰਹਿਤਾਂ ਵਾਲੇ, ਉਹ ਵਾਅਦੇ ਕਰਨ ਵਾਸਤੇ ਲੋਕ ਲੜਾਈਆਂ ਲੜਦੇ ਰਹਿੰਦੇ ਆ ਵੀ ਤੁਸੀਂ ਇੰਨੀ ਪੈਨਸ਼ਨ ਕਿਹਾ ਸੀ, ਇੰਨੀ ਨਹੀਂ ਦਿੱਤੀ। ਇੱਥੇ ਹੀ ਆ ਲੜਾਈਆਂ। ਲੋੜ ਇਸ ਗੱਲ ਦੀ ਹੈ ਵੀ ਲੜਾਈਆਂ ਇਸ ਗੱਲ ਤੇ ਪਹੁੰਚਣ ਵੀ ਇਹ ਤਾਂ ਤੁਸੀਂ ਛੱਡੋ, ਆ ਤਾਂ ਚਾਹੀਦਾ ਹੀ ਚਾਹੀਦਾ। ਸਵਾਲ ਇਹ ਹੈ ਵੀ ਇਦੋਂ ਪਹਿਲਾਂ ਵੀ ਤੁਸੀਂ ਨੀਤੀ ਕੀ ਅਪਣਾਉਂਦੇ ਹੋ ਹਰੇਕ ਖੇਤਰ 'ਚ, ਤੁਹਾਡੀ ਲੋਕਾਂ ਦੀ ਸਿਹਤ ਬਾਰੇ ਕੀ ਨੀਤੀ ਹੈ, ਤੁਹਾਡੀ ਸਿੱਖਿਆ ਬਾਰੇ ਕੀ ਨੀਤੀ ਹੈ, ਤੁਹਾਡੀ ਸੜਕਾਂ ਬਾਰੇ ਕੀ ਨੀਤੀ ਹੈ, ਤੁਹਾਡੀ ਵਿਦੇਸ਼ੀ ਵਪਾਰ ਬਾਰੇ ਕੀ ਨੀਤੀ ਹੈ, ਤੁਹਾਡੀ ਜ਼ਮੀਨਾਂ ਬਾਰੇ ਕੀ ਨੀਤੀ ਹੈ, ਤੁਹਾਡੀ ਬੈਂਕ ਕਰਜ਼ਿਆਂ ਬਾਰੇ ਕੀ ਨੀਤੀ ਹੈ। ਜਦੋਂ ਲੋਕ ਇੱਥੇ ਨੀਤੀਆਂ ਦੀ ਗੱਲ ਕਰਨ ਲੱਗਣਗੇ, ਇਹ ਜਾਣੀ ਉਹ ਸੰਘਰਸ਼ ਇੱਥੋਂ ਤੱਕ ਲਿਜਾਣ। ਅੱਜ ਦੀ ਘੜੀ ਕੰਮ ਹੈ ਵੀ ਉਹ ਇਹਨਾਂ ਮੁੱਦਿਆਂ ਤੇ ਬੋਲਣ ਤਾਂ ਕਿ ਪਾਰਟੀਆਂ ਨੂੰ ਇਹਨਾਂ ਬਾਰੇ ਗੱਲ ਕਰਨੀ ਪਵੇ। ਉਹਨਾਂ ਦੀ ਕੋਸ਼ਿਸ਼ ਕੀ ਹੁੰਦੀ ਹੈ, ਜਾਂ ਤਾਂ ਜਮਾਂ ਹੀ ਮਤਲਬ ਉਹ ਦੂਰ ਦੀਆਂ ਗੱਲਾਂ ਕਰਕੇ ਸਾਰਦੇ, ਜੇ ਲੋਕਾਂ ਦੀ ਕਰਨੀ ਵੀ ਪਵੇ ਫਿਰ ਮਾੜੀਆਂ ਮੋਟੀਆਂ ਨਿਗੂਣੀਆਂ ਰਹਿਤਾਂ ਦੀ ਗੱਲ ਕਰਦੇ ਵੀ ਆਹ ਦੇ ਦਿਆਂਗੇ ਗਲੀ ਨਾਲੀ। ਆਪਣੇ ਤਾਂ ਇੰਟਰਲੌਕ ਤੇ ਗੱਲ ਮੁਕਾ ਦਿੰਦੇ ਆ ਵੀ ਸਾਡੀ ਗਲੀ 'ਚ ਇੰਟਰਲੌਕ ਲੱਗ ਜੂ। ਇਹੀ ਪੰਜਾਬ ਦਾ ਵਿਕਾਸ ਆ ਪਿਛਲੇ 20 ਸਾਲਾਂ 'ਚ, ਇੰਟਰਲੌਕ ਦੇ ਦੁਆਲੇ ਘੁੰਮੀ ਜਾਂਦਾ ਜਾਂ ਨਾਲੀਆਂ ਦੇ ਗਲੀਆਂ ਦੇ ਦੁਆਲੇ, ਇੱਥੇ ਕਰਕੇ ਵੋਟਾਂ ਲੈ ਜਾਂਦੇ ਆ। ਸਵਾਲ ਇਹ ਵੀ ਨੀਤੀਆਂ ਸਾਰੀਆਂ ਬਾਹਰ ਹੁੰਦੀਆਂ ਵੀ ਅੱਜ ਦੀ ਘੜੀ ਤਾਂ ਕਿਸਾਨਾਂ ਦਾ ਕੰਮ ਇਹ ਬਣਦਾ ਵੀ ਉਹ ਸਾਰੀਆਂ ਪਾਰਟੀਆਂ ਨੂੰ ਕਹਿਣ ਵੀ ਤੁਸੀਂ ਕਹਿੰਦੇ ਹੋ ਵੀ ਖੇਤੀ ਕਾਨੂੰਨ ਮਾੜੇ ਆ, ਰੱਦ ਕਰਦੇ ਆ। ਖੇਤੀ ਕਾਨੂੰਨ ਤਾਂ ਰੱਦ ਕਰਦੇ ਹੋ। ਪੰਜਾਬ 'ਚ 2017 'ਚ ਤੁਸੀਂ ਸੋਧਾਂ ਕੀਤੀਆਂ APMC ਐਕਟ 'ਚ, ਕਾਂਗਰਸ ਨੇ, ਕਿਹੜੀ ਪਾਰਟੀ ਆ ਕੇ ਉਹ ਰੱਦ ਕਰਦੀ ਹੈ। ਬਿਜਲੀ ਕਾਨੂੰਨ ਤੁਸੀਂ ਕਹਿੰਦੇ ਹੋ ਬਿਜਲੀ ਸਮਝੌਤੇ ਅਸੀਂ ਰੱਦ ਕਰਦੇ ਹਾਂ। ਬਿਜਲੀ ਕਾਨੂੰਨ 2003 ਬਣਿਆ ਹੋਇਆ ਜਿਹਦੇ ਆਧਾਰ ਤੇ ਉਹ ਬਿਜਲੀ ਸਮਝੌਤੇ ਹੁੰਦੇ ਆ, ਉਹਨੂੰ ਕੋਈ ਰੱਦ ਕਰਦਾ? ਵੀ ਤੁਸੀਂ ਬਿਜਲੀ ਸਮਝੌਤੇ ਇੱਕ ਨਾਲ ਰੱਦ ਕਰਕੇ ਤੁਹਾਡਾ ਅੱਗੇ ਕੱਲ੍ਹ ਨੂੰ ਕਿਸੇ ਹੋਰ ਨਾਲ ਕਰ ਦਿਓਗੇ। ਜਿੰਨਾ ਚਿਰ ਬਿਜਲੀ ਕਾਨੂੰਨ 2003 ਨਹੀਂ ਰੱਦ ਕਰਦੇ, ਉਹਨਾਂ ਚਿਰ ਸਮਝੌਤੇ ਹੁੰਦੇ ਰਹਿਣਗੇ ਨਵੇਂ ਤੋਂ ਨਵੇਂ। ਇਹੀ ਮਾਮਲਾ ਤੁਸੀਂ ਟੋਲ ਟੈਕਸਾਂ ਦੇ ਮਾਮਲੇ 'ਚ ਤੁਸੀਂ ਕਹਿੰਦੇ ਹੋ ਅਸੀਂ ਟੋਲ ਟੈਕਸ ਦਾ ਉਹ ਕਰ ਦਿਆਂਗੇ, ਇਹ ਨੀਤੀ ਦਾ ਕੀ ਕਰੋਗੇ ਸੜਕਾਂ ਤੇ ਟੈਕਸ ਲਾਉਣ ਦੀ ਦਾ। ਇਹੀ ਮਾਮਲਾ ਸਿਹਤ ਸਿੱਖਿਆ 'ਚ ਪੰਜਾਬੀ ਯੂਨੀਵਰਸਿਟੀ ਡੁੱਬ ਰਹੀ ਹੈ, ਗ੍ਰਾਂਟ ਨਹੀਂ, ਫੰਡ ਨਹੀਂ। ਤੁਸੀਂ ਸਰਕਾਰੀ ਸਿੱਖਿਆ ਨੂੰ ਤਕੜੀ ਕਰਨ ਦੀ ਨੀਤੀ ਲਿਆਓਗੇ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਹੀ ਹੋਰ ਉਗਾਉਣੀਆਂ? ਇਸ ਨੀਤੀ ਬਾਰੇ ਬੋਲੋ। ਇਸ ਕਰਕੇ ਇਹ ਉਹ ਮੁੱਦੇ ਬਣਦੇ ਆ ਜਿਨ੍ਹਾਂ ਮੁੱਦਿਆਂ ਉੱਤੇ ਲੋਕਾਂ ਨੂੰ ਚੋਣਾਂ ਦੇ ਇਹਨਾਂ ਦਿਨਾਂ 'ਚ ਆਪਣੀ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਬਹੁਤ ਬਹੁਤ ਧੰਨਵਾਦ
ਤਾਂ ਗੱਲਬਾਤ ਕੀਤੀ ਕਿਸਾਨ ਜਥੇਬੰਦੀਆਂ ਦੇ ਚੋਣਾਂ ਲੜਨ ਤੇ ਕਿਸਾਨ ਅੰਦੋਲਨ ਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਪ੍ਰਭਾਵ ਦਿੱਤਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹਾਲੇ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਚੋਣਾਂ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ। ਲੋਕਾਂ ਨੂੰ ਆਪਣਾ ਜਿਹੜਾ ਵਿਕਾਸ ਆ ਹੋਰ ਕਰਨ ਦੀ ਜ਼ਰੂਰਤ ਹੈ, ਆਪਣੇ ਅੰਦੋਲਨ ਹੋਰ ਵਧਾਉਣ ਦੀ ਜ਼ਰੂਰਤ ਹੈ। ਇਹਨਾਂ ਵਿਧਾਨ ਸਭਾ ਇਹਨਾਂ ਲੋਕ ਸਭਾਵਾਂ ਵਿੱਚ ਜਾ ਕੇ ਲੋਕਾਂ ਦੇ ਮੁੱਦੇ ਹੱਲ ਨਹੀਂ ਹੋਣੇ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਹੈ ਸਾਡੀ ਅਫਸਰਸ਼ਾਹੀ ਹਜੇ ਵੀ ਉੱਥੇ ਜਿਹੜੀ ਕਾਬਜ਼ ਹੈ, ਸਾਡਾ ਸਿਸਟਮ ਉੱਥੇ ਹੀ ਕਾਬਜ਼ ਰਹਿਣਾ। ਜਿਹੜੇ ਉੱਥੇ ਵਿਅਕਤੀ ਵੀ ਚਲੇ ਗਏ ਉਹ ਵੀ ਉਹਨਾਂ ਵਰਗੇ ਹੋ ਜਾਣਗੇ, ਕਿਉਂਕਿ ਉਹ ਜਾਂਦੇ ਹੀ ਉੱਥੇ ਉਹ ਆ ਜਿਹੜੇ ਸਾਮਰਾਜ ਦੇ ਹਿੱਤ ਪੂਰੇ ਕਰਦੇ ਹੋਣ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ TV।